ਬਚਪਨ 'ਚ ਦਾਦੀ ਨਾਨੀ ਦੀਆਂ ਕਹਾਣੀਆਂ ਤੋਂ ਸਾਨੂੰ ਇਹ ਤਾਂ ਪਤਾ ਚੱਲ ਹੀ ਗਿਆ ਸੀ ਕਿ ਜਿਉਣੇ ਮੋੜ ਦਾ ਪੰਜਾਬ ਵਿੱਚ ਬਹੁਤ ਖੌਫ ਸੀ, ਪਰ ਉਹਦੀ ਅਸਲ ਕਹਾਣੀ ਸ਼ਾਇਦ ਹੀ ਕਿਸੇ ਨੇ ਕਦੇ ਸੁਣੀ ਹੋਵੇ। ਇਸ ਕਰਕੇ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਇਤਿਹਾਸ ਦੀ ਇੱਕ ਬਹੁਤ ਹੀ ਪ੍ਰਸਿੱਧ ਸ਼ਖਸੀਅਤ ਜੱਟ ਜਿਉਣਾ ਮੋੜ ਦੀ ਜ਼ਿੰਦਗੀ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ। ਜਿਉਣੇ ਦਾ ਬਚਪਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜ ਵਿੱਚ ਬੀਤਿਆ। ਉਸ ਤੋਂ ਪਹਿਲਾਂ ਉਹਦੀ ਮਾਂ 6 ਬੱਚਿਆਂ ਨੂੰ ਖੋ ਚੁੱਕੀ ਸੀ, ਜਿਸ ਕਾਰਨ ਉਹਦੇ ਜਿਉਂਦੇ ਰਹਿਣ ਦੀ ਖੁਸ਼ੀ ਦੇ ਵਿੱਚ ਹੀ ਉਹਦੀ ਭਾਬੀ ਨੇ ਉਹਦਾ ਨਾਮ ਜਿਉਣਾ ਰੱਖਿਆ। ਭਾਵੇਂ ਉਹਦਾ ਬਚਪਨ ਬਿਨ ਮਾਂ-ਬਾਪ ਦੇ ਬੀਤਿਆ, ਪਰ ਉਹਦੇ ਵੱਡੇ ਭਰਾ ਤੇ ਭਾਬੀ ਨੇ ਉਹਨੂੰ ਕਦੇ ਮਾਂ-ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਤੇ ਉਹਦੀ ਪਰਵਰਿਸ਼ ਆਪਣੇ ਬੱਚਿਆਂ ਵਾਂਗੂ ਕੀਤੀ। ਪਰ ਉਹਨੂੰ ਤੇ ਉਹਦੀ ਭਾਬੀ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਹਦਾ ਵੱਡਾ ਭਰਾ ਕਿਸ਼ਨਾ ਇੱਕ ਹੰਢਿਆ ਹੋਇਆ ਡਕੈਤ ਸੀ, ਜਿਹੜਾ ਉਹਨਾਂ ਨੂੰ ਪਾਲਣ ਵਾਸਤੇ ਗਲਤ ਰਾਹਾਂ ਤੇ ਤੁਰ ਪਿਆ ਸੀ। ਕਿਸ਼ਨਾ ਆਪਣੀ ਅਸਲੀ ਸੱਚਾਈ ਦੇ ਉੱਤੇ ਪਰਦਾ ਰੱਖਣ ਦੇ ਵਿੱਚ ਕਾਮਯਾਬ ਹੁੰਦਾ ਰਿਹਾ, ਕਿਉਂਕਿ ਇਹਦੇ ਵਿੱਚ ਉਹਦਾ ਜਿਗਰੀਆ ਡੋਗਰ ਉਹਦਾ ਹੱਥ ਵਟਾਉਂਦਾ ਸੀ। ਕਿਸ਼ਨਾ ਲੁੱਟਿਆ ਹੋਇਆ ਖਜ਼ਾਨਾ ਡੋਗਰ ਦੇ ਹਵਾਲੇ ਕਰ ਜਾਂਦਾ ਤੇ ਕਿਸੇ ਨੂੰ ਕੰਨੋ ਕੰਨ ਖਬਰ ਹੋਏ ਬਗੈਰ ਆਪਣੇ ਮਨਸੂਬਿਆਂ ਤੇ ਪਾਰ ਉਤਰ ਜਾਂਦਾ। ਕਿਸ਼ਨੇ ਦੇ ਆਪਣੇ ਆਪ ਤੇ ਇੰਨਾ ਭਰੋਸਾ ਵਾਧਾ ਦੇਖ ਕੇ ਡੋਗਰ ਦੀ ਨੀਅਤ ਵਿੱਚ ਖੋਟ ਆ ਗਈ ਤੇ ਫਿਰ ਉਸਨੇ ਅੰਗਰੇਜ਼ੀ ਹਕੂਮਤ ਦੇ ਬਹਿਕਾਵੇ ਵਿੱਚ ਆ ਕੇ ਕਿਸ਼ਨੇ ਨੂੰ ਫੜਾਉਣ ਦਾ ਛੜਯੰਤਰ ਰਚਿਆ। ਇੱਕ ਦਿਨ ਜਦੋਂ ਕਿਸ਼ਨਾ ਡੋਗਰ ਨੂੰ ਡਕੈਤੀ ਦਾ ਸਮਾਨ ਫੜਾਉਣ ਆਇਆ ਤਾਂ ਡੋਗਰ ਨੇ ਆਪਣੇ ਘਟੀਆ ਇਰਾਦਿਆਂ ਨੂੰ ਪੁਗਾਉਣ ਵਾਸਤੇ ਕਿਸ਼ਨੇ ਨੂੰ ਮਹਿਫਿਲ 'ਚ ਸ਼ਾਮਲ ਹੋਣ ਦਾ ਆਮੰਤਰਣ ਦਿੱਤਾ, ਜਿਸ ਦੀ ਸੂਹ ਉਹ ਇਸ ਦੌਰਾਨ ਅੰਗਰੇਜ਼ੀ ਪੁਲਿਸ ਨੂੰ ਪਹਿਲਾਂ ਹੀ ਦੇ ਚੁੱਕਿਆ ਸੀ। ਡੋਗਰ ਦੇ ਦਿੱਤੇ ਇਸ ਧੋਖੇ ਦੇ ਚੱਲਦਿਆਂ ਅੰਗਰੇਜ਼ੀ ਪੁਲਿਸ ਕਿਸ਼ਨੇ ਨੂੰ ਗ੍ਰਿਫਤਾਰ ਕਰ ਦਿੰਦੀ ਹੈ ਤੇ ਉਹਨੂੰ ਕਾਲਾ ਪਾਣੀ ਦੀ ਸਜ਼ਾ ਕਰਾਰ ਦਿੰਦੀ ਹੈ। ਹੱਥਕੜੀਆਂ ਵਿੱਚ ਜਕੜੇ ਹੋਏ ਕਿਸ਼ਨੇ ਦੇ ਦਿਮਾਗ ਵਿੱਚ ਬਦਲੇ ਦੀ ਅੱਗ ਘਰ ਕਰ ਲੈਂਦੀ ਹੈ। ਡੋਗਰ ਦੇ ਮਨ ਵਿੱਚ ਇਹ ਡਰ ਬਹਿ ਜਾਂਦਾ ਹੈ ਕਿ ਉਸ ਦੀ ਕੀਤੀ ਗੱਦਾਰੀ ਦਾ ਬਦਲਾ ਕਿਸ਼ਨੇ ਦਾ ਛੋਟਾ ਭਰਾ ਜਿਉਣਾ ਨਾ ਲੈ ਲਵੇ। ਇਹ ਡਰ ਡੋਗਰ ਨੂੰ ਅੰਗਰੇਜ਼ੀ ਹਕੂਮਤ ਦੀਆਂ ਮਿੰਨਤਾਂ ਕਰਨ ਤੇ ਮਜਬੂਰ ਕਰ ਦਿੰਦਾ ਹੈ ਕਿ ਉਹ ਜਿਉਣੇ ਨੂੰ ਵੀ ਗ੍ਰਿਫਤਾਰ ਕਰ ਲੈਣ। ਜਿਉਣੇ ਦੇ ਘਰ ਵਿੱਚ ਪੁਲਿਸ ਦਾ ਆਣਾ ਜਾਣਾ ਹੁਣ ਆਮ ਹੋ ਗਿਆ ਸੀ। ਜਦੋਂ ਜਿਉਣੇ ਤੇ ਉਸ ਦੀ ਭਾਬੀ ਤੋਂ ਲੁਕਾਏ ਹੋਏ ਖਜ਼ਾਨੇ ਦੀ ਪੁੱਛ ਕੀਤੀ ਜਾਂਦੀ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੰਦੇ। ਪਿੰਡ ਵਾਲਿਆਂ ਦੇ ਬਿਆਨ ਵੀ ਹਮੇਸ਼ਾ ਕਿਸ਼ਨੇ ਦੇ ਹੱਕ ਵਿੱਚ ਹੀ ਹੁੰਦੇ, ਪਰ ਮੌਕੇ ਦੇ ਥਾਣੇਦਾਰ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਖਾਰਿਜ ਕਰਦੇ ਹੋਏ ਜਿਉਣੇ ਨੂੰ ਗ੍ਰਿਫਤਾਰ ਕਰ ਜੇਲ੍ਹ ਵਿੱਚ ਪਾ ਦਿੱਤਾ। ਜਦੋਂ ਜਿਉਣੇ ਦੀ ਚੁੱਪੀ ਫਿਰ ਵੀ ਨਾ ਟੁੱਟੀ ਤਾਂ ਪੁਲਿਸ ਦੀ ਬੇਰਹਿਮੀਅਤ ਦਾ ਕਹਿਰ ਉਸ ਦੀ ਭਾਬੀ ਤੇ ਬਰਸਿਆ। ਪੁਲਿਸ ਜਿਉਣੇ ਦੀ ਭਾਬੀ ਨਾਲ ਕੁੱਟਮਾਰ ਕਰਨ ਲੱਗੀ, ਜਿਸ ਨਾਲ ਜਿਉਣੇ ਦੇ ਮਨ ਵਿੱਚ ਬਾਗੀ ਵਿਚਾਰਾਂ ਨੇ ਪਹਿਲੀ ਵਾਰ ਪਨਾਹ ਲਿੱਤੀ। ਜਿਉਣੇ ਦੀ ਭਾਬੀ ਇਸ ਅਤਿਆਚਾਰ ਨੂੰ ਨਾ ਝੱਲ ਸਕੀ ਤੇ ਉਹਨੇ ਕੈਦ ਵਿੱਚ ਹੀ ਦਮ ਤੋੜ ਦਿੱਤੇ। ਭਾਬੀ ਦੀ ਮੌਤ ਦੇ ਗਮ ਵਿੱਚ ਹੋਏ ਅੱਗ ਬਬੂਲੇ ਜਿਉਣੇ ਨੇ ਇੱਕ ਪੁਲਿਸ ਵਾਲੇ ਦੀ ਰਿਵਾਲਵਰ ਖੋਹ ਲਈ ਤੇ ਬੰਦੂਕ ਦੀ ਨੋਕ ਤੇ ਜੇਲ੍ਹ ਵਿੱਚੋਂ ਫਰਾਰ ਹੋਣ ਵਿੱਚ ਸਫਲ ਹੋਇਆ। ਪਿੱਛੇ ਲੱਗੀ ਪੁਲਿਸ ਕਾਰਨ ਜਿਉਣਾ ਆਪਣੇ ਘਰ ਨਹੀਂ ਸੀ ਮੁੜ ਸਕਦਾ। ਇਹਨਾਂ ਹਾਲਾਤਾਂ ਵਿੱਚ ਜਿਉਣੇ ਨੂੰ ਸ਼ਰਨ ਉਹਦੇ ਭਰਾ ਦੇ ਹੀ ਸਾਥੀਆਂ ਨੇ ਦਿੱਤੀ। ਉਸ ਨੂੰ ਹੌਸਲਾ ਦਿੰਦੇ ਹੋਏ ਕਿਸ਼ਨੇ ਦੇ ਸਾਥੀ ਉਹਨੂੰ ਸਮਝਾਉਂਦੇ ਨੇ ਕਿ ਇਸ ਮਤਲਬੀ ਦੁਨੀਆ ਵਿੱਚ ਹਰ ਚੰਗੇ ਬੰਦੇ ਨੂੰ ਆਪਣਾ ਖਿਆਲ ਆਪ ਰੱਖਣਾ ਪੈਂਦਾ ਹੈ, ਜਿਸ ਕਰਕੇ ਹੀ ਉਸਦੇ ਭਰਾ ਨੇ ਵੀ ਉਹਨਾਂ ਦਾ ਢਿੱਡ ਭਰਨ ਲਈ ਹੀ ਆਹ ਰਾਹਾਂ ਚੁਣੀਆਂ ਸੀ। ਸਮਾਜ ਦੇ ਗਿਣੇ ਚੁਣੇ ਲੋਕਾਂ ਕੋਲ ਗੱਦੀ ਦੀ ਤਾਕਤ ਹੋਣ ਕਰਕੇ ਆਪਣੇ ਅਧਿਕਾਰਾਂ ਨੂੰ ਕੁਚਲਦਾ ਵੇਖ ਕੋਈ ਇਨਸਾਨ ਚੁੱਪ ਨਹੀਂ ਬਹਿੰਦਾ। ਕਾਨੂੰਨ ਤੋਂ ਪਰਾਂ ਜਾ ਕੇ ਹੀ ਆਪਣੇ ਹੱਕ ਹਾਸਲ ਕਰਨੇ ਪੈਂਦੇ ਨੇ। ਇਸ ਵਾਕਿਏ ਤੋਂ ਬਾਅਦ ਜਿਉਣਾ ਵੀ ਆਪਣੇ ਭਰਾ ਦੀਆਂ ਰਾਹਾਂ ਤੇ ਤੁਰ ਪਿਆ ਤੇ ਪੁਲਿਸ ਦੇ ਕੀਤੇ ਜ਼ੁਲਮ ਨੇ ਇੱਕ ਹੋਰ ਬਾਗੀ ਨੂੰ ਜਨਮ ਦਿੱਤਾ। ਜਿਵੇਂ ਜਿਵੇਂ ਜਿਉਣਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਮਸ਼ਹੂਰ ਹੁੰਦਾ ਗਿਆ, ਲੋਕਾਂ ਦੇ ਮਨ ਵਿੱਚ ਉਹਦੇ ਪ੍ਰਤੀ ਖੌਫ ਦੇ ਨਾਲ-ਨਾਲ ਪਿਆਰ ਵੀ ਵੱਧਦਾ ਗਿਆ। ਡਾਕੂ ਹੋਣ ਦੇ ਬਾਵਜੂਦ ਵੀ ਉਹ ਅਸੂਲਾਂ ਦਾ ਪੱਕਾ ਸੀ ਤੇ ਆਪਣੇ ਸਾਥੀਆਂ ਦੁਆਰਾ ਕਿਸੇ ਦੀ ਵੀ ਧੀ ਭੈਣ ਤੇ ਮਾੜੀ ਅੱਖ ਰੱਖਣ ਤੇ ਸਖਤ ਨਿੰਦਾ ਕਰਦਾ ਸੀ। ਇਸ ਗੱਲ ਦਾ ਸਬੂਤ ਉਦੋਂ ਵੇਖਣ ਨੂੰ ਮਿਲਿਆ ਜਦੋਂ ਸੰਗਰੂਰ ਵਿਖੇ ਪਿੰਡ ਲੌਂਗੋਵਾਲ ਵਿੱਚ ਇੱਕ ਡਾਕਾ ਮਾਰਨ ਜਿਉਣਾ ਤੇ ਉਸਦੀ ਟੋਲੀ ਪਹੁੰਚੀ। ਉਹਨਾਂ ਨੇ ਉੱਥੇ ਤੀਆਂ ਮਨਾ ਰਹੀਆਂ ਕੁੜੀਆਂ ਨੂੰ ਆਪਣੇ ਸਾਰੇ ਗਹਿਣੇ ਇੱਕ ਚਾਦਰ ਵਿੱਚ ਪਾਉਣ ਨੂੰ ਕਿਹਾ। ਜਦੋਂ ਇੱਕ ਕੁੜੀ ਨੇ ਆਪਣੇ ਘਰ ਦੀ ਗਰੀਬੀ ਤੇ ਬੇਸਹਾਰਾ ਹਾਲਾਤਾਂ ਬਾਰੇ ਜਿਉਣੇ ਨੂੰ ਦੱਸਿਆ ਤਾਂ ਉਹਦੇ ਦਿਲ ਵਿੱਚ ਕੁੜੀ ਲਈ ਰਹਿਮ ਦੀ ਭਾਵਨਾ ਜਾਗ ਉੱਠੀ। ਉਹਨੇ ਖੁਸ਼ੀ-ਖੁਸ਼ੀ ਸਾਰੀਆਂ ਟੂਮਾਂ ਨੂੰ ਮੋੜ ਦਿੱਤੀਆਂ। ਇਹ ਮੰਨਿਆ ਗਿਆ ਹੈ ਕਿ ਜਿਉਣਾ ਮੋੜ ਨੈਣਾ ਦੇਵੀ ਦਾ ਬਹੁਤ ਵੱਡਾ ਭਗਤ ਸੀ। ਪਾਤਰਾਂ ਦੇ ਮੁਤਾਬਿਕ ਇਸ ਵਿਸ਼ਵਾਸ ਦੀ ਜੜ ਉਹ ਵਾਕਾ ਹੈ ਜਿਸ ਵਿੱਚ ਜਿਉਣਾ ਮੋੜ ਨੈਣਾ ਦੇਵੀ ਦੇ ਇੱਕ ਮੰਦਰ ਡਾਕਾ ਮਾਰਨ ਜਾਂਦਾ ਹੈ। ਪੰਡਤਾਂ ਵੱਲੋਂ ਪਾਈਆਂ ਲੱਖ ਦਲੀਲਾਂ ਦੇ ਬਾਵਜੂਦ ਵੀ ਤਾਕਤ ਦੀ ਚੌਧਰ 'ਚ ਗੁੰਮ ਜਿਉਣੇ ਨੇ ਉਹਨਾਂ ਦੀ ਇੱਕ ਨਾ ਸੁਣੀ
ਤੇ ਮੰਦਰ ਦੀ ਤਿਜੋਰੀ ਵਿੱਚ ਪਿਆ ਸਾਰਾ ਸੋਨਾ ਲੁੱਟ ਲਿਆ। ਕਿਹਾ ਜਾਂਦਾ ਹੈ ਕਿ ਇਹ ਸੋਨਾ ਲੁੱਟਣ ਉਪਰੰਤ ਇੱਕ ਰਾਤ ਜਿਉਣੇ ਮੋੜ ਦੇ ਸੁਪਨੇ ਵਿੱਚ ਮਾਤਾ ਨੈਣਾ ਦੇਵੀ ਦਰਸ਼ਨ ਦਿੰਦੇ ਨੇ ਅਤੇ ਉਸ ਨੂੰ ਉਸਦੇ ਕੀਤੇ ਇਸ ਮਾੜੇ ਕੰਮ ਦੀ ਸਜ਼ਾ ਦਿੰਦੇ ਨੇ। ਇਸ ਸੁਪਨੇ ਨੇ ਇਲਾਕੇ ਦੇ ਮੰਨੇ ਪ੍ਰਮੰਨੇ ਬਦਮਾਸ਼ ਦੀ ਰੂਹ ਝੰਜੋੜ ਕੇ ਰੱਖ ਦਿੱਤੀ, ਜਿਸ ਤੋਂ ਬਾਅਦ ਜਿਉਣਾ ਮਾਤਾ ਨੈਣਾ ਦੇਵੀ ਦਾ ਕੱਟੜ ਭਗਤ ਬਣ ਗਿਆ ਤੇ ਉਸਨੇ ਆਪਣੀਆਂ ਸਾਰੀਆਂ ਲੁੱਟਾਂ ਦਾ 10% ਹਿੱਸਾ ਮਾਤਾ ਨੈਣਾ ਦੇਵੀ ਦੇ ਮੰਦਰਾਂ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ। ਮਾਤਾ ਦਾ ਭਗਤ ਬਣਨ ਤੋਂ ਬਾਅਦ ਜਿਉਣੇ ਦੇ ਹੌਸਲੇ ਹੋਰ ਬੁਲੰਦ ਹੋ ਗਏ। ਉਹ ਜਦੋਂ ਵੀ ਆਪਣੇ ਆਪ ਨੂੰ ਕਿਸੇ ਮੁਸੀਬਤ ਵਿੱਚ ਫਸਿਆ ਪਾਉਂਦਾ, ਮਾਤਾ ਨੂੰ ਧਿਆ ਕੇ ਉਸ 'ਚੋਂ ਡਟ ਕੇ ਬਾਹਰ ਨਿਕਲਦਾ। ਸਮੇਂ ਦੇ ਨਾਲ ਉਸ ਦਾ ਮਾਤਾ ਨੈਣਾ ਦੇਵੀ 'ਤੇ ਵਿਸ਼ਵਾਸ ਵੱਧਦਾ ਗਿਆ ਤੇ ਜਿਉਣਾ ਮੋੜ ਵੱਡੇ ਅਫਸਰਾਂ ਦੀ ਚਿੰਤਾ ਦਾ ਵਿਸ਼ਾ ਬਣ ਗਿਆ। ਜਿਸ ਸਮੇਂ ਜਿਉਣੇ ਡਾਕੂ ਦਾ ਖੌਫ ਸਿਖਰਾਂ 'ਤੇ ਸੀ, ਉਹਨਾਂ ਸਮਿਆਂ ਵਿੱਚ ਹੀ ਜਿਉਣੇ ਨੂੰ ਇੱਕ ਚਿੱਠੀ ਮਿਲਦੀ ਹੈ। ਇਹ ਚਿੱਠੀ ਜੇਲ੍ਹ ਵਿੱਚੋਂ ਉਸਦੇ ਭਰਾ ਕਿਸ਼ਨੇ ਨੇ ਆਪਣੇ ਨਾਲ ਦੇ ਇੱਕ ਰਿਹਾ ਹੋਏ ਕੈਦੀ ਦੇ ਹੱਥ ਭੇਜੀ ਸੀ। ਇਹ ਚਿੱਠੀ ਵਿੱਚ ਕਿਸ਼ਨੇ ਨੇ ਆਪਣੇ ਨਾਲ ਹੋਈ ਗੱਦਾਰੀ ਨੂੰ ਬਿਆਨ ਕੀਤਾ ਅਤੇ ਉਸਦੇ ਤਨ ਮਨ ਵਿੱਚ ਉੱਠੀ ਬਦਲੇ ਦੀ ਅੱਗ ਨੂੰ ਡੋਗਰ ਦੇ ਠੰਡੇ ਖੂਨ ਨਾਲ ਬੁਝਾਉਣ ਨੂੰ ਕਿਹਾ। ਇਹ ਚਿੱਠੀ ਪੜ੍ਹ ਜਿਉਣੇ ਨੇ ਆਪਣੇ ਭਰਾ ਦਾ ਬਦਲਾ ਲੈਣ ਦੀ ਠਾਣ ਲਈ। ਉਹ ਅਹਿਮਦ ਡੋਗਰ ਦੇ ਪਿੰਡ ਦਸਕਾ ਪਹੁੰਚ ਗਿਆ ਤੇ ਉਸਦੇ ਘਰ ਬਾਹਰ ਖੜ ਡੋਗਰ ਨੂੰ ਮੁਕਾਬਲੇ ਲਈ ਲਲਕਾਰਨ ਲੱਗਾ। ਜਿਉਣੇ ਦੀਆਂ ਬੜਕਾਂ ਸੁਣ ਡੋਗਰ ਦੀ ਰੂਹ ਕੰਬ ਗਈ। ਉਹਨੇ ਦਨਾਲੀ ਦੇ ਕੁਛ ਰੌਂਦ ਚੱਕੇ ਅਤੇ ਇਸ ਲੜਾਈ ਨੂੰ ਜਦੋਂ ਮੁਕਾਉਣ ਦਾ ਫੈਸਲਾ ਲਿੱਤਾ ਤਾਂ ਜਿਉਣੇ ਮੋੜ ਨੇ ਆਪਣੇ ਜਿਗਰੇ ਦਾ ਸਬੂਤ ਦਿੰਦੇ ਹੋਏ ਡੋਗਰ ਨੂੰ ਪਹਿਲਾ ਵਾਰ ਕਰਨ ਦਾ ਸੱਦਾ ਦਿੱਤਾ। ਡੋਗਰ ਦੀ ਦਨਾਲੀ 'ਚੋਂ ਨਿਕਲੇ ਦੋਨੋਂ ਫੈਰ ਜਿਉਣੇ ਦਾ ਵਾਲ ਵੀ ਵਿੰਗਾ ਨਾ ਕਰ ਸਕੇ। ਜਿਉਣੇ ਨੇ ਫਿਰ ਆਪਣੇ ਭਰਾ ਦੇ ਬਦਲੇ ਨੂੰ ਪੂਰਾ ਕਰਦੇ ਹੋਏ ਅਹਿਮਦ ਡੋਗਰ ਦੀ ਹਿੱਕ ਵਿੱਚੋਂ 3 ਫੈਰ ਕੱਢ ਕੇ ਉਸਨੂੰ ਠਾਹੀ ਮਾਰ ਦਿੱਤਾ। ਡੋਗਰ ਦੀ ਮੌਤ ਦੀ ਖਬਰ ਸਾਰੇ ਇਲਾਕੇ ਵਿੱਚ ਅੱਗ ਵਾਂਗੂ ਫੈਲੀ, ਜਿਸ ਕਾਰਨ ਬੁਢਲਾਡੇ ਦੀ ਪੁਲਿਸ ਜਿਉਣੇ ਮੋੜ ਦੇ ਪਿੱਛੇ ਹੱਥ ਧੋ ਕੇ ਪੈ ਗਈ। ਇਸ ਦੇ ਚੱਲਦੇ ਜਿਉਣੇ ਮੋੜ ਨੂੰ ਫਰਾਰ ਰਹਿਣਾ ਪੈਂਦਾ, ਜਿਹਦੇ ਕਾਰਨ ਇਲਾਕੇ ਵਿੱਚ ਉਸਦਾ ਦਬਦਬਾ ਘਟਦਾ ਜਾ ਰਿਹਾ ਸੀ। ਹਉਮੈ ਦੀ ਸੱਤ ਦਾ ਮਾਰਿਆ ਜਿਉਣਾ ਆਪਣੀ ਜ਼ੁਰਤ ਦਾ ਸਬੂਤ ਦੇਣ ਲਈ ਵੱਡਾ ਹੱਥ ਮਾਰਨ ਦੀ ਸੋਚਣ ਲੱਗਾ। ਉਹ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਤਬੇਲੇ ਵਿੱਚੋਂ ਸਭ ਤੋਂ ਕੀਮਤੀ ਘੋੜੀ ਚੋਰੀ ਕਰਕੇ ਲੈ ਗਿਆ। ਇਹ ਦੇਖ ਕੇ ਸਾਰਾ ਇਲਾਕਾ ਜਿਉਣੇ ਦੀ ਬਹਾਦਰੀ ਤੋਂ ਦੰਗ ਰਹਿ ਗਿਆ। ਰਾਜੇ ਤੋਂ ਜਿਉਣੇ ਦੀ ਇਹ ਗੁਸਤਾਖੀ ਜਰੀ ਨਾ ਗਈ ਤੇ ਉਸਨੇ ਜਿਉਣੇ ਮੋੜ ਨੂੰ ਜਲਦ ਤੋਂ ਜਲਦ ਫੜਨ ਲਈ ਜ਼ਿਲ੍ਹੇ ਦੀ ਸਾਰੀ ਪੁਲਿਸ 'ਤੇ ਦਬਾਅ ਪਾ ਦਿੱਤਾ। ਕੁਝ ਚਿਰ ਭੱਜਣ ਤੋਂ ਬਾਅਦ ਉਹਨੂੰ ਪੁਲਿਸ ਰਾਤ ਦੇ ਹਨੇਰਿਆਂ ਵਿੱਚ ਫੜ ਲੈਂਦੀ ਹੈ ਤੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੰਦੀ ਹੈ। ਪਰ ਅਗਲੀ ਹੀ ਰਾਤ ਉਹ ਕਾਨੂੰਨ ਦੀਆਂ ਅੱਖਾਂ ਵਿੱਚ ਕੱਟਾ ਪਾ ਕੇ ਜੇਲ੍ਹ ਤੋਂ ਫਰਾਰ ਹੋ ਜਾਂਦਾ ਹੈ। ਪਟਿਆਲੇ ਸ਼ਹਿਰ ਵਿੱਚ ਪਨਾਹ ਲੈ ਰਿਹਾ ਜਿਉਣਾ ਸਰਕਾਰ ਨੂੰ ਇੱਕ ਵਾਰ ਫੇਰ ਲਲਕਾਰਦੇ ਹੋਏ ਅਦਾਲਤ ਬਾਜ਼ਾਰ ਵਿਖੇ ਕਿਲ੍ਹਾ ਮੁਬਾਰਕ ਦੀ ਕੰਧ ਉੱਤੇ ਲਿਖ ਕੇ ਸ਼ਰੇਆਮ ਘੋਸ਼ਣਾ ਕਰਦਾ ਹੈ ਕਿ ਜਿਉਣਾ ਸਵੇਰੇ ਸਾਜਰੇ ਗੱਡੀ ਰਾਹੀਂ ਨੈਣਾ ਦੇਵੀ ਲਈ ਨਿਕਲੇਗਾ ਤੇ ਜੇ ਕਿਸੇ ਵਿੱਚ ਉਸਨੂੰ ਫੜਨ ਦਾ ਦਮ ਹੈ ਤੇ ਉਸਨੂੰ ਫੜ ਲਵੇ। ਅਗਲੇ ਹੀ ਦਿਨ ਜਿਉਣਾ ਹਵਲਦਾਰ ਦੀ ਵਰਦੀ ਵਿੱਚ ਨੈਣਾ ਦੇਵੀ ਪਹੁੰਚਣ ਵਿੱਚ ਸਫਲ ਹੁੰਦਾ ਹੈ। ਨੈਣਾ ਦੇਵੀ ਪਹੁੰਚਣ ਉਪਰੰਤ ਉਹ ਦੇਖਦਾ ਹੈ ਕਿ ਉਸਨੂੰ ਫੜਨ ਲਈ ਭਾਰੀ ਗਿਣਤੀ ਵਿੱਚ ਪੁਲਿਸ ਤੈਨਾਤ ਸੀ। ਉਹ ਸਾਧੂ ਦੇ ਭੇਸ਼ ਧਾਰਨ ਕਰਕੇ ਨੈਣਾ ਦੇਵੀ ਦੇ ਦਰਸ਼ਨ ਕਰਦਾ ਹੈ ਤੇ ਸੋਨੇ ਦਾ ਛਤਰ ਚੜ੍ਹਾ ਕੇ ਆਪਣੀ ਸੁੱਖੀ ਹੋਈ ਸੁਖਨਾ ਪੂਰੀ ਕਰਦਾ ਹੈ। ਮੰਦਿਰ ਵਿੱਚ ਮੱਥਾ ਟੇਕਦੇ ਹੋਏ ਜਿਉਣੇ ਨੂੰ ਇੱਕ ਹਵਲਦਾਰ ਉਸਦੇ ਨੱਕ 'ਤੇ ਪਏ ਨਿਸ਼ਾਨ ਤੋਂ ਪਛਾਣ ਲੈਂਦਾ ਹੈ। ਮੌਕੇ ਦੀ ਸਾਰੀ ਪੁਲਿਸ ਉਸਨੂੰ ਘੇਰ ਲੈਂਦੀ ਹੈ ਤੇ ਨਿਹੱਥਾ ਜਿਉਣਾ ਆਪਣੀ ਜਾਨ ਤਲੀ 'ਤੇ ਧਰ ਕੇ ਕਿਸੇ ਤਰੀਕੇ ਮੰਦਿਰ ਵਿੱਚੋਂ ਭੱਜਦਾ ਹੈ। ਕੁਝ ਲੇਖਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਇਸ ਮੌਕੇ ਜਿਉਣੇ ਨੂੰ ਸਾਕਸ਼ਾਤ ਮਾਤਾ ਨੈਣਾ ਦੇਵੀ ਦੇ ਦਰਸ਼ਨ ਹੁੰਦੇ ਹਨ। ਉਸਨੂੰ ਮਾਤਾ ਵੱਲੋਂ ਵਰਦਾਨ ਮਿਲਦਾ ਹੈ ਕਿ ਜੇ ਉਹ ਬਿਨਾਂ ਪਿੱਛੇ ਦੇਖੇ ਪਹਾੜ ਤੋਂ ਥੱਲੇ ਛਾਲ ਮਾਰ ਦੇਵੇ ਤਾਂ ਪੁਲਿਸ ਉਸਦਾ ਕੁਝ ਵੀ ਨਹੀਂ ਵਿਗਾੜ ਪਾਏਗੀ। ਇਸੇ ਭਰੋਸੇ ਜਿਉਣਾ ਭੱਜਦਾ ਹੋਇਆ ਪਹਾੜ ਤੋਂ ਥੱਲੇ ਛਾਲ ਮਾਰਦਾ ਹੈ ਤੇ ਸਹੀ ਸਲਾਮਤ ਥੱਲੇ ਪਹੁੰਚ ਜਾਂਦਾ ਹੈ। ਜਦੋਂ ਜਿਉਣੇ ਦੇ ਮਨ ਵਿੱਚ ਇਹ ਵਿਚਾਰ ਘਰ ਕਰਦਾ ਹੈ ਕਿ ਉਹ ਇੱਕ ਉੱਚੀ ਪਹਾੜੀ ਤੋਂ ਛਾਲ ਮਾਰ ਕੇ ਵੀ ਬਚ ਗਿਆ ਹੈ ਤਾਂ ਹੰਕਾਰ ਨਾਲ ਉਸਦਾ ਹਿਰਦਾ ਚੌੜਾ ਹੋ ਜਾਂਦਾ ਹੈ। ਉਹ ਭੁੱਲ ਗਿਆ ਕਿ ਇਹ ਸਭ ਮਾਤਾ ਨੈਣਾ ਦੇਵੀ ਦੇ ਵਰਦਾਨ ਦੀ ਬਦੌਲਤ ਹੋਇਆ ਹੈ ਤੇ ਪੁਲਿਸ ਨੂੰ ਲਲਕਾਰਨ ਲਈ ਪਿੱਛੇ ਮੁੜ ਕੇ ਪਹਾੜੀ ਵੱਲ ਦੇਖ ਲੈਂਦਾ ਹੈ। ਇਸ ਦੇ ਨਾਲ ਹੀ ਮਾਤਾ ਵੱਲੋਂ ਦਿੱਤੇ ਵਰਦਾਨ ਦੇ ਬੋਲਾਂ ਦੀ ਉਲੰਘਣਾ ਕਰ ਦਿੰਦਾ ਹੈ। ਉੱਤੇ ਖੜੀ ਪੁਲਿਸ ਜਿਉਣੇ ਮੋੜ 'ਤੇ ਗੋਲੀਆਂ ਦਾ ਮੀਂਹ ਵਰਾ ਦਿੰਦੀ ਹੈ ਤੇ ਸਾਹ ਛੱਡਦੇ
ਜਿਉਣੇ ਨੂੰ ਅਹਿਸਾਸ ਹੁੰਦਾ ਹੈ ਕਿ ਉਹਦੇ ਅੰਦਰ ਉਹਦੀ ਤਾਕਤ ਦਾ ਵਹਿਮ ਇਸ ਕਦਰ ਘਰ ਕਰ ਗਿਆ ਸੀ ਕਿ ਉਹਨੂੰ ਲੱਗਿਆ ਕਿ ਉਹ ਅਮਰ ਰਹੇਗਾ। ਪਰ ਸੰਸਾਰ ਨੇ ਐਸਾ ਖੇਡ ਰਚਾਇਆ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਸੂਰਮਾ ਆਪਣੇ ਹੀ ਹੰਕਾਰ ਦੀ ਮਾਰ ਹੇਠ ਦੱਬਿਆ ਗਿਆ। ਇਸੇ ਤਰ੍ਹਾਂ ਅਸੀਂ ਇਤਿਹਾਸ ਦੇ ਇੱਕ ਬਹਾਦਰ ਅਤੇ ਹਿੰਮਤੀ ਬੰਦੇ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ, ਜਿਸ ਤੋਂ ਸਾਨੂੰ ਕੁਝ ਬਹੁਤ ਹੀ ਮਹੱਤਵਪੂਰਨ ਸਿੱਖਿਆਵਾਂ ਮਿਲਦੀਆਂ ਨੇ। ਉਮੀਦ ਆ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋ। ਧੰਨਵਾਦ। ਕਾਲੇ ਪਾਣੀਓ ਮੋੜ ਨੂੰ ਖਤ ਕਿਸਨੇ ਪਾਇਆ, ਬਦਲਾ ਲੈ ਲਈ ਜੋ